So guys, now we are going to talking about food operation method of cooking। ਜਦੋਂ ਅਸੀਂ ਕੋਈ ਵੀ ਫੂਡ ਨੂੰ ਕੁੱਕ ਕਰਦੇ ਹਾਂ ਤਾਂ ਅਸੀਂ ਬਹੁਤ ਤਰ੍ਹਾਂ ਦੇ ਮੈਥਡ ਵਗੈਰਾ ਯੂਜ਼ ਕਰਦੇ, ਜਿਵੇਂ ਬੋਇਲਿੰਗ ਹੋ ਗਿਆ, ਫਰਾਈਂਗ ਹੋ ਗਿਆ। ਸੋ ਆਓ ਅਸੀਂ ਉਸ ਦੇ ਵਿਸ਼ੇ ਦੇ ਉੱਤੇ ਹੀ ਚਰਚਾ ਕਰਾਂਗੇ ਕਿ ਕਿਸ ਤਰ੍ਹਾਂ ਦੇ ਫੂਡ ਮੈਥਡ ਅਸੀਂ ਯੂਜ਼ ਕਰਦੇ ਹਾਂ। ਕਹਿੰਦੇ ਨੇ ਵੈਨ ਇਟ ਕਮਸ ਟੂ ਦੀ ਕੁਕਰੀ ਪਾਰਟ ਆਫ ਫੂਡ ਪ੍ਰੋਡਕਸ਼ਨ ਆਪਰੇਸ਼ਨ ਇਟ ਇਜ਼ ਵੈਰੀ ਇੰਪੋਰਟੈਂਟ ਟੂ ਸਿਲੈਕਟ ਐਂਡ appropriate cooking method। The cooking method has a direct impact on the taste, texture, appearance and flavor of the resulting food product। ਇਹ ਕਹਿ ਰਹੇ ਨੇ ਕਿ ਜਦੋਂ ਅਸੀਂ ਕਿਸੇ ਫੂਡ ਪ੍ਰੋਡਕਸ਼ਨ ਵਿੱਚ ਮਤਲਬ ਕੋਈ ਵੀ ਆਪਰੇਸ਼ਨ ਯੂਜ਼ ਕਰਦੇ, ਮਤਲਬ ਫੂਡ ਨੂੰ ਬਣਾਉਂਦੇ ਆ, ਤਾਂ ਉਹਦੇ ਵਿੱਚ ਕੁਕਿੰਗ ਮੈਥਡ 'ਤੇ ਹੀ ਸਭ ਕੁਝ ਡਿਪੈਂਡ ਕਰਦਾ ਕਿ ਫੂਡ ਦਾ ਟੇਸਟ ਕਿੱਦਾਂ ਦਾ ਹੋਣਾ ਆ, ਫੂਡ ਦਾ ਟੈਕਸਚਰ ਕਿੱਦਾਂ ਦਾ ਹੋਣਾ, ਉਹਦਾ ਅਪੀਅਰੈਂਸ ਮਤਲਬ ਉਹਦੀ ਦਿੱਖ ਕਿੱਦਾਂ ਦੀ ਹੋਣੀ ਆ, ਅਤੇ ਉਹਦਾ ਫਲੇਵਰ ਕਿੱਦਾਂ ਦਾ ਹੋਣਾ। ਇਹ ਸਾਰਾ ਕੁਝ ਹੀ ਉਸ 'ਤੇ ਹੀ ਡਿਪੈਂਡ ਕਰਦਾ ਆ। ਸੋ ਬਹੁਤ ਤਰ੍ਹਾਂ ਦੇ ਜਿਹੜੇ ਹੁੰਦੇ ਨੇ ਫੂਡ ਜਿਹੜੇ ਯੂਜ਼ ਕੀਤੇ ਜਾਂਦੇ ਨੇ। ਜ਼ਿਆਦਾਤਰ ਮੈਥਡ ਜਿਹੜੇ 3 ਟਾਈਪ ਦੇ ਮੰਨੇ ਗਏ ਨੇ। ਸਭ ਤੋਂ ਪਹਿਲਾਂ ਡਰਾਈ ਹੀਟ ਕੁਕਿੰਗ, ਦੂਸਰਾ ਮੋਇਸਟ ਹੀਟ ਕੁਕਿੰਗ, ਤੀਜਾ ਕੰਬੀਨੇਸ਼ਨ ਕੁਕਿੰਗ। ਹੁਣ ਮੈਂ ਤੁਹਾਨੂੰ ਦੱਸਾਂਗਾ। ਡਰਾਈ ਹੀਟ ਬੱਚੇ ਹੁੰਦੀ ਆ ਜਿਹੜੀ ਡਾਇਰੈਕਟ ਹੀਟ ਹੁੰਦੀ ਆ। ਮੋਇਸਟ ਵਿੱਚ ਆਉਂਦਾ ਜਿਹਦੇ ਵਿੱਚ ਲਿਕੁਇਡ ਵਗੈਰਾ ਵੀ ਅਸੀਂ ਯੂਜ਼ ਕਰਦੇ ਹਾਂ, ਉਹ ਹੁੰਦਾ ਮੋਇਸਟ ਹੀਟ। ਤੀਸਰਾ ਕੰਬੀਨੇਸ਼ਨ ਕੁਕਿੰਗ ਹੁੰਦੀ ਆ, ਦੋਵਾਂ ਨੂੰ ਰਲਾ ਕੇ ਜਿਹੜੀ ਬਣਦੀ ਆ ਉਹ ਕੰਬੀਨੇਸ਼ਨ, ਜਿਹਦੇ ਵਿੱਚ ਮਤਲਬ ਕਿ ਲਿਕੁਇਡ ਅਤੇ ਜਿੱਦਾਂ ਤੇਲ ਅਤੇ ਪਾਣੀ ਅਸੀਂ ਯੂਜ਼ ਕਰਦੇ ਹਾਂ। ਡਰਾਈ ਹੀਟ ਵਿੱਚ ਕੁਛ ਨਹੀਂ ਯੂਜ਼ ਹੁੰਦਾ। ਸੋ ਡਰਾਈ ਹੀਟ ਕੁਕਿੰਗ ਕੀ ਕਹਿ ਰਹੇ ਨੇ, ਕਹਿੰਦੇ ਦਿਸ ਕੁਕਿੰਗ ਇਨਵੋਲਵਸ ਕੁਕਿੰਗ ਫੂਡ ਵਿਦਆਊਟ ਯੂਜ਼ਿੰਗ ਵਾਟਰ ਔਰ ਸਟੋਕ। ਸਮਝ ਗਏ? ਬਿਨਾਂ ਪਾਣੀ ਤੋਂ ਜਾਂ ਸਟੋਕ 'ਤੇ ਜਿਹੜੀ ਕੁਕਿੰਗ ਕੀਤੀ ਜਾਂਦੀ ਹੈ ਉਸ ਨੂੰ ਡਰਾਈ ਹੀਟ ਕੁਕਿੰਗ ਕਿਹਾ ਜਾਂਦਾ। ਇਟ ਇਜ਼ ਏ ਕੁਇਕ ਮੈਥਡ ਟੂ ਕੁੱਕ ਫੂਡ। ਬਹੁਤ ਜਲਦੀ ਬਣਾਉਣ ਵਾਲਾ ਮੈਥਡ ਹੈ। ਇਨ ਵਿਚ ਦੀ ਫੂਡ ਆਈਟਮ ਕਮ ਆਊਟ ਏ ਲਿਟਲ ਕ੍ਰਿਸਪ। ਇਹਦੇ ਵਿੱਚ ਕੀ ਹੁੰਦੀ ਹੈ, ਡਾਇਰੈਕਟ ਅੱਗ ਦੇ ਵਿੱਚ ਆਉਂਦੀ ਆ, ਇਸ ਕਰਕੇ ਉਹ ਜ਼ਿਆਦਾ ਕ੍ਰਿਸਪੀ ਹੁੰਦੀ ਆ ਜਿਹੜੀ ਆਈਟਮ ਬਣਾਉਂਦੇ ਆ। ਜਨਰਲੀ ਸਮਾਲ ਟੈਂਡਰ ਐਂਡ ਥਿਨ ਫੂਡ ਆਈਟਮ ਆਰ ਕੁਕਡ ਯੂਜ਼ਿੰਗ ਆਇਲ ਅੰਡਰ ਡਰਾਈ ਹੀਟ ਕੁਕਿੰਗ ਮੈਥਡ। ਕਹਿੰਦੇ ਕੁਝ ਜਿਹੜੀਆਂ ਛੋਟੀਆਂ ਆਈਟਮਸ ਹੁੰਦੀਆਂ ਜਾਂ ਪਤਲੀਆਂ ਹੁੰਦੀਆਂ ਉਹਨਾਂ ਨੂੰ ਮਾੜਾ ਮਾੜਾ ਆਇਲ ਲਾਇਆ ਜਾਂਦਾ ਅਤੇ ਡਰਾਈ ਹੀਟ 'ਤੇ ਕੁੱਕ ਕੀਤਾ ਜਾਂਦਾ। ਦੀ ਰਿਜ਼ਲਟਿੰਗ ਫੂਡ ਹੈਜ਼ ਨਾਈਸਲੀ ਸਮੋਕੀ ਅਰੋਮਾ ਬਿਕੋਜ਼ ਆਫ ਕੈਰਾਮਲਾਈਜੇਸ਼ਨ ਐਂਡ ਬਰਾਊਨਿੰਗ। ਕਹਿੰਦੇ ਇਹਦੇ ਵਿੱਚ ਬਹੁਤ ਵਧੀਆ ਸਵਾਦ ਅਰੋਮਾ ਹੁੰਦਾ ਸਮੈਲ, ਸੁਗੰਧੀ ਇਹਦੀ ਬਹੁਤ ਨਾਈਸ ਹੁੰਦੀ ਹੈ ਕਿਉਂਕਿ ਇਹ ਸਮੋਕ ਹੁੰਦੀ ਆ, ਅੱਗ ਦੇ ਉੱਤੇ ਪੱਕਦੀ ਆ ਨਾ, ਇਹਨਾਂ ਸਮੋਕਿੰਗ ਫਲੇਵਰ ਆਉਂਦਾ ਹੈ, ਉਹ ਕੈਰਮਲਾਈਜ਼ ਹੁੰਦੀ ਹੈ, ਇਸ ਕਰਕੇ ਉਹਦਾ ਜਿਹੜਾ ਟੇਸਟ ਆ ਬਹੁਤ ਹੀ ਵਧੀਆ ਹੁੰਦਾ। ਡਰਾਈ ਹੀਟ ਦੀ ਗੱਲ ਚੱਲ ਰਹੀ ਹੈ, ਠੀਕ ਹੈ। ਇਹਦੇ ਵਿੱਚ ਅੱਗੇ ਮੈਥਡ ਉਹਨਾਂ ਨੇ ਦੱਸਿਆ ਕਿ ਕਿਹੜੇ ਕਿਹੜੇ ਡਰਾਈ ਹੀਟ ਦੇ ਵਿੱਚ ਕੁਕਿੰਗ ਮੈਥਡ ਪੋਪੂਲਰ ਹੈਗੇ ਆ। ਸਭ ਤੋਂ ਪਹਿਲਾਂ ਬਰੋਇਲਿੰਗ ਮੈਥਡ ਇਹਦੇ ਵਿੱਚ ਹੈਗਾ ਆ। ਉਹ ਕਹਿੰਦੇ ਭਾਈ ਬਰੋਇਲਿੰਗ ਮੈਥਡ ਕੀ ਹੁੰਦਾ, ਇਟ ਇਨਵੋਲਵਸ ਕੁਕਿੰਗ ਦੀ ਫੂਡ ਆਈਟਮ ਬਾਏ ਐਕਸਪੋਜ਼ਿੰਗ ਇਟ ਡਾਇਰੈਕਟਲੀ ਟੂ ਹੀਟ ਸੱਚ ਐਜ਼ ਓਪਨ ਫਾਇਰ, ਕੋਲ, ਗ੍ਰਿਲ ਔਰ ਇਲੈਕਟ੍ਰਿਕ ਕੋਇਲ। ਕਹਿੰਦੇ ਪਏ ਆ ਕਿ ਇਹਦੇ ਵਿੱਚ ਬਰੋਇਲਿੰਗ ਮੈਥਡ ਦੇ ਵਿੱਚ ਫੂਡ ਆਈਟਮ ਨੂੰ ਐਕਸਪੋਜ਼ਿੰਗ ਇਟ ਡਾਇਰੈਕਟਲੀ ਮਤਲਬ ਰੱਖਿਆ ਜਾਂਦਾ ਹੈ ਡਾਇਰੈਕਟਲੀ ਹੀਟ ਦੇ ਉੱਪਰ। ਓਪਨ ਫਾਇਰ ਮਤਲਬ ਕਿ ਅੱਗ ਬਲ ਰਹੀ ਆ, ਉੱਪਰ ਆਈਟਮ ਰੱਖੀ ਹੋਈ ਆ, ਟੰਗੀ ਹੋਈ ਆ, ਕੋਲੇ ਦੇ ਉੱਤੇ ਰੱਖਿਆ ਜਾਂਦਾ। ਜਾਂ ਗ੍ਰਿਲਰ ਹੁੰਦੇ ਵੱਡੇ ਵੱਡੇ ਜਿਨ੍ਹਾਂ 'ਤੇ ਕੋਲੇ ਰੱਖੇ ਹੁੰਦੇ ਆ ਲੋਹੇ ਦੇ, ਉਹਨਾਂ ਦੇ ਉੱਤੇ, ਜਾਂ ਫਿਰ ਇਲੈਕਟ੍ਰਿਕ ਕੋਇਲਸ ਵਗੈਰਾ ਲੱਗੀਆਂ ਹੁੰਦੀਆਂ ਜਿਹਨਾਂ ਤੋਂ ਹੀਟ ਹੁੰਦੀ ਆ ਨਿਕਲਦੀ ਆ, ਉਹਨਾਂ ਦੇ ਉੱਤੇ। ਮੀਟ ਸਟੀਕਸ ਐਂਡ ਹੋਲ ਫਿਸ਼ ਆਰ ਬਰੋਇਲਡ। ਜ਼ਿਆਦਾਤਰ ਕਹਿੰਦੇ ਮੀਟ ਸਟੀਕਸ ਹੁੰਦੀਆਂ ਨੇ ਜਿਹੜੀਆਂ, ਉਹ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਬਰੋਇਲ, ਜਾਂ ਫਿਰ ਹੋਲ ਫਿਸ਼ ਨੂੰ ਬਰੋਇਲ ਕੀਤਾ ਜਾਂਦਾ। ਹੋਲ ਫਿਸ਼ ਨੂੰ ਮੈਂ ਤੁਹਾਨੂੰ ਦੱਸ ਦੇਵਾਂ, ਮਸਾਲੇ ਵਗੈਰਾ ਲਾ ਕੇ ਉਹਨਾਂ ਨੂੰ ਉੱਪਰ ਟੰਗਿਆ ਜਾਂਦਾ ਅਤੇ ਉਹਨਾਂ ਨੂੰ ਬਰੋਇਲ ਕਰਕੇ ਖਾਇਆ ਜਾਂਦਾ ਹੈ। ਕਈ ਫਿਸ਼ਿਜ਼ ਐਸੀਆਂ ਹੁੰਦੀਆਂ ਨੇ। ਗ੍ਰਿਲਿੰਗ ਸੈਕਿੰਡਲੀ ਡਰਾਈ ਹੀਟ ਦੇ ਵਿੱਚ ਮੈਥਡ ਆ ਗਿਆ ਗ੍ਰਿਲਿੰਗ। ਬੱਚੇ ਗ੍ਰਿਲਿੰਗ ਕੀ ਹੁੰਦਾ, ਇਟ ਇਜ਼ ਏ ਮੈਥਡ ਆਫ ਕੁਕਿੰਗ ਬਾਏ ਪਲੇਸਿੰਗ ਦੀ ਫੂਡ ਔਨ ਏ ਮੈਸ਼ ਆਫ ਕਾਸਟ ਆਇਰਨ। ਦੇਖੋ ਗ੍ਰਿਲਰ ਬਣੇ ਹੁੰਦੇ ਆ ਆਇਰਨ ਦੇ ਵੱਡੇ ਵੱਡੇ, ਉਹਨਾਂ ਦੇ ਉੱਤੇ ਪਲੇਸ ਕੀਤਾ ਜਾਂਦਾ ਹੈ, ਜਿਵੇਂ ਮੀਟ ਆਈਟਮ ਆ ਉਹਨਾਂ ਦੇ ਉੱਤੇ ਪਲੇਸ ਕਰਕੇ ਉਹਨਾਂ ਨੂੰ ਪਕਾਇਆ ਜਾਂਦਾ, ਗ੍ਰਿਲ ਕੀਤਾ ਜਾਂਦਾ, ਜਿਹਨੂੰ ਕਹਿ ਸਕਦੇ ਹਾਂ ਮਿਲਾਰਡ ਰਿਐਕਸ਼ਨ ਬ੍ਰਿੰਗਸ ਫਲੇਵਰ ਟੂ ਦੀ ਫੂਡ ਬੀਂਗ ਕੁਕਡ। ਜਿਹਦੇ ਉੱਤੇ ਕੀ ਆ, ਫੂਡ ਦਾ ਫਲੇਵਰ ਵੀ ਨਿਕਲਦਾ ਆ ਅਤੇ ਜਿਹੜਾ ਉਹ ਫੂਡ ਆ ਉਹ ਵਧੀਆ ਤਰੀਕੇ ਨਾਲ ਕੁੱਕ ਵੀ ਹੁੰਦਾ। ਦੀ ਰਿਜ਼ਲਟਿੰਗ ਫੂਡ ਇਜ਼ ਕੁਇਟ ਡਰਾਈ, ਰਿਡਿਊਸਿੰਗ ਵਿਦ ਓਇਲ
ਮਤਲਬ ਕਿ ਜਿਹੜਾ ਫੂਡ ਹੁੰਦਾ ਆ ਉਹ ਜਲਦੀ ਹੀ ਪੱਕ ਜਾਂਦਾ, ਕਿਉਂਕਿ ਡਾਇਰੈਕਟ ਹੀਟ ਦੇ ਉੱਤੇ ਹੈ ਨਾ, ਥੋੜਾ ਤੇਲ ਲਗਾ ਕੇ ਉਸ ਨੂੰ ਪਕਾਇਆ ਜਾਂਦਾ, ਉਹ ਜਲਦੀ ਹੀ ਪੱਕ ਜਾਂਦਾ। ਇਟ ਇਜ਼ ਆਈਡੀਅਲ ਫॉर ਸਮਾਲ ਟੂ ਮੀਡੀਅਮ ਸ਼ੇਪਡ ਮੀਟ ਕਟਸ, ਵੈਜੀਟੇਬਲ, ਟੋਫੂ ਐਂਡ ਕੋਟੇਜ ਚੀਜ਼। ਇਹ ਕਹਿੰਦੇ ਜ਼ਿਆਦਾਤਰ ਛੋਟੀਆਂ ਜਿਹੜੀਆਂ ਹੁੰਦੀਆਂ ਮੀਟ ਦੇ ਕਟਸ ਦੇ ਲਈ, ਮੀਡੀਅਮ ਜਿਹੜੇ ਸਾਈਜ਼ ਦੇ ਹੁੰਦੇ, ਜਾਂ ਵੈਜੀਟੇਬਲਸ ਦੇ ਲਈ, ਜਾਂ ਟੋਫੂ ਦੇ ਲਈ। ਟੋਫੂ ਇੱਕ ਰੈਸਿਪੀ ਅੱਗੇ ਦੱਸਾਂਗਾ ਤੁਹਾਨੂੰ। ਔਰ ਕੋਟੇਜ ਚੀਜ਼ ਦੇ ਲਈ ਜਿਹੜਾ ਇਹ ਮੈਥਡ ਜਿਹੜਾ ਗ੍ਰਿਲਿੰਗ ਵਾਲਾ ਯੂਜ਼ ਕੀਤਾ ਜਾਂਦਾ ਹੈ। ਰੋਸਟਿੰਗ ਕੀ ਹੁੰਦਾ ਹੈ ਬੱਚੇ? ਰੋਸਟਿੰਗ ਵੀ ਇੱਕ ਗ੍ਰਿਲਿੰਗ ਦੀ ਤਰ੍ਹਾਂ ਹੀ ਮੈਥਡ ਆ। ਇਹਦੇ ਵਿੱਚ ਵੀ ਜਿਹੜਾ ਉਸ ਨੂੰ ਹੀਟ ਦੇ ਦੁਆਰਾ ਜਾਂ ਫਿਰ ਓਪਨ ਫਾਇਰ ਦੇ ਦੁਆਰਾ ਪਕਾਇਆ ਜਾਂਦਾ ਹੈ, ਰੋਸਟ ਕੀਤਾ ਜਾਂਦਾ। ਕਹਿੰਦੇ ਨਾ ਮੀਟ ਰੋਸਟ ਕਰਦੇ ਆ, ਰੋਸਟਿੰਗ ਮੀਟ। ਇਹਦੇ ਵਿੱਚ ਓਵਨ ਦੇ ਉੱਤੇ ਜਾਂ ਵੱਡੇ ਵੱਡੇ ਰੋਸਟਰ ਹੁੰਦੇ ਆ, ਰੋਸਟਰ ਦੇ ਉੱਤੇ ਮੀਟ ਨੂੰ ਪਕਾਇਆ ਜਾਂਦਾ ਹੈ। ਜਿਵੇਂ ਉਹ ਕਹਿ ਰਿਹਾ ਕਿ ਔਰ ਐਟ ਏ ਟਾਈਮ ਵਿਦ ਸਰਾਊਂਡਿੰਗ ਹੌਟ ਐਂਬਰਸ, ਸੈਂਡ ਔਰ ਸਟੋਨਸ। ਅੱਜ ਕੱਲ੍ਹ ਕੀ ਹੋਇਆ, ਗਰਮ ਮਿੱਟੀ ਦੇ ਵੀ ਬਣੇ ਹੁੰਦੇ ਆ ਰੋਸਟਿੰਗ ਕਰਨ ਦੇ ਲਈ, ਅਤੇ ਸਟੋਨਸ ਪੱਥਰਾਂ ਦੇ, ਗਰਮ ਪੱਥਰਾਂ ਦੇ ਉੱਤੇ ਵੀ ਕਈ ਵਾਰ ਪਕਾਇਆ ਜਾਂਦਾ। ਇੱਦਾਂ ਦੇ ਹੌਟ ਆ ਗਏ ਆ, ਗਰਮ ਮਿੱਟੀ, ਗਰਮ ਪੱਥਰ ਬਹੁਤ ਜ਼ਿਆਦਾ ਐਸੇ ਵਰਤੇ ਜਾਂਦੇ ਆ। ਵੈਜੀਟੇਬਲਸ, ਮੀਟ, ਕੋਰਨ ਔਨ ਕੋਂਬ, ਪੋਟੈਟੋ ਐਂਡ ਸਵੀਟ ਪੋਟੈਟੋ ਆ ਰੋਸਟਡ। ਦੇ ਦੱਸਤਾ ਨਾ ਉਹਨਾਂ ਨੇ, ਵੈਜੀਟੇਬਲਸ ਨੂੰ ਵੀ ਰੋਸਟ ਕੀਤਾ ਜਾਂਦਾ ਹੈ, ਮੀਟ ਨੂੰ ਵੀ ਰੋਸਟ ਕੀਤਾ ਜਾਂਦਾ ਆ, ਠੀਕ ਹੈ। ਪੋਟੈਟੋਜ਼ ਵਗੈਰਾ ਹੋ ਗਏ, ਕੋਰਨ ਹੋ ਗਏ, ਇਹ ਸਾਰੇ ਰੋਸਟ ਕਰਕੇ ਵੀ ਖਾਧੇ ਜਾਂਦੇ ਨੇ। ਰੋਸਟਿੰਗ ਰੈਸਿਪੀਜ਼ ਵੀ ਬਹੁਤ ਸਾਰੀਆਂ ਹੁੰਦੀਆਂ ਨੇ। ਅੱਗੇ ਡਰਾਈ ਹੀਟ ਦੇ ਵਿੱਚ ਚੱਲਦੀਆਂ ਬੇਕਿੰਗ ਸਾਰਿਆਂ ਨੂੰ ਹੀ ਪਤਾ ਹੋਏਗਾ, ਫੂਡ ਨੂੰ ਬੇਕ ਕੀਤਾ ਜਾਂਦਾ ਹੈ। ਜਿਵੇਂ ਤੁਸੀਂ ਇੱਕ ਆਈਟਮ ਤੁਹਾਨੂੰ ਬੇਕਿੰਗ ਦੀ ਦੱਸ ਦਿੰਦੇ ਆ। ਜਿਵੇਂ ਕਿ ਤੁਸੀਂ ਦੇਖਿਆ ਹੋਵੇਗਾ ਕਿ ਆਪਣੇ ਆਈਟਮ ਹੁੰਦੀ ਆ ਬੇਕਰੀ ਦੇ ਵਿੱਚ, ਤੁਸੀਂ ਦੇਖਿਆ ਆਪਣੇ ਕੇਕ ਵਗੈਰਾ ਹੁੰਦੇ ਨੇ, ਕੇਕਸ ਵਗੈਰਾ ਹੈ ਨਾ, ਮਫਿਨਸ ਹੋ ਗਏ, ਇਹ ਸਾਰਿਆਂ ਨੂੰ ਬੇਕ ਕੀਤਾ ਜਾਂਦਾ ਵੱਡੇ ਵੱਡੇ ਹੌਟ ਓਵਨਸ ਦੇ ਵਿੱਚ। ਬੇਕ ਕਰਕੇ ਇਹ ਡਰਾਈ ਹੀਟ ਦੇ ਦੁਆਰਾ ਇਹਨਾਂ ਨੂੰ ਬਣਾਇਆ ਜਾਂਦਾ ਹੈ। ਉਹ ਦੇਖੋ ਉਹਨਾਂ ਨੇ ਲਿਖਿਆ ਨਾ, ਬ੍ਰੈਡ, ਕੁਕੀਜ਼, ਪਾਈਜ਼, ਟਾਰਟਸ ਵਗੈਰਾ, ਇਹ ਸਾਰੇ ਬੇਕ ਕਰਕੇ ਬਣਦੇ ਆ, ਠੀਕ ਹੈ। ਬੇਕ ਕੀਤਾ ਜਾਂਦਾ, ਇਹਨਾਂ ਨੂੰ ਹੀਟ ਮਾਰੀ ਜਾਂਦੀ ਹੈ, ਉਹ ਡਰਾਈ ਹੀਟ ਦੇ ਨਾਲ ਇਹ ਪੱਕਦੇ ਆ। ਅੱਗੇ ਆ ਗਿਆ ਸੌਟਿੰਗ ਮੈਥਡ। ਕੀ ਹੁੰਦਾ ਸੌਟਿੰਗ ਮੈਥਡ ਬੱਚੇ? ਹੁੰਦਾ ਆ ਇਟ ਇਜ਼ ਫਰਾਈਂਗ ਦੀ ਫੂਡ ਆਈਟਮ ਵਿਦ ਲਿਟਲ ਓਇਲ ਇਨ ਏ ਪੈਨ ਐਕਸਪੋਜ਼ ਟੂ ਹਾਈ ਹੀਟ। ਮਤਲਬ ਕਿ ਥੋੜ੍ਹਾ ਜਿਹਾ ਓਇਲ ਪਾ ਕੇ ਉਹਦੇ ਵਿੱਚ ਪਕਾਇਆ ਜਾਂਦਾ ਆ ਜ਼ਿਆਦਾ ਵੱਡੀ ਹੀਟ ਦੇ ਉੱਤੇ। ਸੌਟਿੰਗ ਕੀਤਾ ਜਾਂਦਾ ਹੈ ਕਿ ਜਿਵੇਂ ਤੁਸੀਂ ਦੇਖਿਆ ਹੋਏਗਾ ਕਈ ਵਾਰ ਨੂਡਲਸ ਵਗੈਰਾ ਨੂੰ ਸੌਤੇ ਕੀਤਾ ਜਾਂਦਾ ਹੈ ਨਾ, ਹਲਕੇ ਜਿਹੀ ਤੇਲ ਦੇ ਵਿੱਚ ਸੌਤੇ ਕੀਤਾ ਜਾਂਦਾ, ਨੂਡਲਸ ਬਣਾਏ ਜਾਂਦੇ ਆ। ਦੀ ਫੂਡ ਇਨ ਦੀ ਪੈਨ ਰਿਕੁਆਇਰ ਸਟਾਇਰਿੰਗ ਐਂਡ ਟੋਸਿੰਗ ਸੋ ਦੈਟ ਇਟ ਵਿਲ ਨੋਟ ਬਰਨ ਬਿਕੋਜ਼ ਆਫ ਹਾਈ ਹੀਟ। ਉਹਨਾਂ ਨੇ ਜਲਦੀ ਉਹਨਾਂ ਨੂੰ ਸਟਾਇਰ ਕਰਨਾ ਪੈਂਦਾ, ਕਿਉਂਕਿ ਉਹ ਥੱਲੇ ਵੀ ਲੱਗ ਜਾਂਦੇ ਆ ਨਾ ਨੂਡਲ। ਜਦੋਂ ਅਸੀਂ ਦੇਖਿਆ ਨਾ ਵੋਕ ਦੇ ਵਿੱਚ ਸੌਤੇ ਕਰਦੇ ਆ, ਤੇਜ਼ ਕਰਦੇ ਆ ਕਿ ਥੱਲੇ ਨਾ ਲੱਗ ਜਾਣ, ਇਹ ਸੌਟਿੰਗ ਹੁੰਦਾ ਹੈ। ਸ਼ੈਲੋ ਫਰਾਈਂਗ ਹੁੰਦਾ ਆ ਬੱਚੇ, ਜਿਹੜੇ ਫੂਡ ਆਈਟਮ ਨੂੰ ਤੇਲ ਦੇ ਵਿੱਚ, ਹਲਕੇ ਤੇਲ ਦੇ ਵਿੱਚ, ਜ਼ਿਆਦਾ ਹਲਕੇ ਵੀ ਨਹੀਂ, ਓਇਲ ਦੇ ਵਿੱਚ ਅਸੀਂ ਸ਼ੈਲੋ ਫਰਾਈ ਕਰੀਦਾ ਹੁੰਦਾ। ਸ਼ੈਲੋ ਫਰਾਈ ਮਤਲਬ ਥੋੜ੍ਹੇ ਤੇਲ ਦੇ ਵਿੱਚ ਫਰਾਈ ਕਰਨੀ ਕੋਈ ਚੀਜ਼, ਉਹਨੂੰ ਸ਼ੈਲੋ ਫਰਾਈ ਕਹਿੰਦੇ ਆ, ਠੀਕ ਹੈ। ਸੌਤੇ ਜਿੱਦਾਂ ਕਰਨਾ ਇੱਕ ਹਿਸਾਬ ਦਾ ਕਹਿ ਲਓ, ਪਰ ਥੋੜ੍ਹਾ ਓਇਲ ਵਿੱਚ ਥੋੜ੍ਹਾ ਜ਼ਿਆਦਾ ਯੂਜ਼ ਹੁੰਦਾ। ਉਸ ਤੋਂ ਬਾਅਦ ਆ ਗਈ ਡੀਪ ਫਰਾਈਂਗ ਦੇ ਵਿੱਚ ਕੀ ਹੁੰਦਾ ਕਿ ਜ਼ਿਆਦਾ ਤੇਲ ਦੇ ਵਿੱਚ, ਦੇਖਿਆ ਨਾ ਤੁਸੀਂ ਪਕੌੜੇ ਬਣਾਉਂਦੇ ਹੋ, ਉਹ ਪਕੌੜੇ ਜਿਹੜੇ ਬਣਦੇ ਆ ਉਹ ਡੀਪ ਫਰਾਈਂਗ ਦੇ ਵਿੱਚ ਬਣਦੇ ਆ। ਪਕੌੜੇ ਬਣਾਉਣੇ ਇਹ ਡੀਪ ਫਰਾਇਰ ਦੇ ਵਿੱਚ ਯੂਜ਼ ਹੁੰਦਾ ਆ। ਪਕੌੜੇ ਵਗੈਰਾ, ਟਿੱਕੀਆਂ ਵਗੈਰਾ ਨਾ ਕਈ ਵਾਰ ਜ਼ਿਆਦਾ ਡੀਪਲੀ ਆਪਾਂ ਬਣਾਉਂਦੇ ਹਾਂ ਨਾ, ਬੜਾਸ ਵਗੈਰਾ ਬਣਾਉਂਦੇ ਹੋ, ਇਹ ਸਾਰੇ ਜਿਹੜੇ ਹੁੰਦੇ ਆ ਇਹ ਡੀਪ ਫਰਾਈਂਗ ਮੈਥਡ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ। ਸੋ ਅੱਗੇ ਇਸ ਤੋਂ ਬਾਅਦ ਆ ਗਿਆ ਮੋਇਸਟ ਹੀਟ ਕੁਕਿੰਗ ਦੇ ਵਿੱਚ ਕੀ ਹੁੰਦਾ ਆ, ਦੀ ਕੁਕਿੰਗ ਇਜ਼ ਕੈਰੀਡ ਆਊਟ ਬਾਈ ਇਮਰਸਿੰਗ ਦੀ ਫੂਡ ਆਈਟਮ ਇਨ ਏ ਲਿਕੁਇਡ। ਮੋਇਸਟ ਹੀਟ ਦੇ ਵਿੱਚ ਕੀ ਹੁੰਦਾ ਕਿ ਲਿਕੁਇਡ ਦੇ ਵਿੱਚ ਕਿਸੇ ਚੀਜ਼ ਨੂੰ ਬਣਾਉਣਾ, ਸੱਚ ਅਜ ਵਾਟਰ ਦੇ ਵਿੱਚ, ਸਟੋਕ ਔਰ ਵਾਈਨ ਦੇ ਵਿੱਚ ਜਿੱਦਾਂ ਆਪਾਂ ਕੁੱਕ ਕਰਦੇ ਹਾਂ, ਮੋਇਸਟ ਹੀਟ ਉਹਨੂੰ ਕਹਿੰਦੇ ਆ। ਇਹਦੇ ਵਿੱਚ ਕੀ ਹੁੰਦਾ ਹੈ, ਟੈਂਪਰੇਚਰ ਰੇਂਜਿੰਗ ਬਿਟਵੀਨ 60 ਡਿਗਰੀ ਸੈਲਸੀਅਸ ਟੂ 100 ਡਿਗਰੀ ਸੈਲਸੀਅਸ ਦੇ ਵਿੱਚ ਇਹਦੇ ਵਿੱਚ ਰੱਖੀ ਜਾਂਦੀ ਹੈ। ਟੈਂਪਰੇਚਰ ਉਹਦਾ ਪਾਣੀ ਦਾ, ਜਿੱਦਾਂ ਪਾਣੀ ਦੀ ਗਰਮੈਸ਼ ਦਾ ਟੈਂਪਰੇਚਰ ਕਹਿ ਲਓ। 100 ਡਿਗਰੀ ਤੇ ਕੀ ਹੁੰਦਾ, ਉਬਾਲੇ ਹੋਣਾ। 60 ਡਿਗਰੀ ਤੋਂ ਲੈ ਕੇ 100 ਡਿਗਰੀ ਦੇ ਵਿੱਚ ਰੱਖਿਆ ਜਾਂਦਾ। ਇਹ ਸਟੇਜਸ ਆ ਮੋਇਸਟ ਹੀਟ ਦੀਆਂ। ਇਹਦੇ ਵਿੱਚ ਸਭ ਤੋਂ ਪਹਿਲਾਂ ਪੋਚਿੰਗ ਆ ਗਈ। ਬੱਚੇ ਦੱਸ ਦਵਾਂ, ਪੋਚਿੰਗ ਐਗ ਨੂੰ ਅਤੇ ਫਿਸ਼ ਨੂੰ ਕੀਤਾ ਜਾਂਦਾ। ਪੋਚਡ ਐਗ ਅਤੇ ਪੋਚਡ ਫਿਸ਼ ਅਵੇਲੇਬਲ ਹੁੰਦੀਆਂ ਨੇ, ਬਣਾਈਆਂ ਜਾਂਦੀਆਂ ਨੇ ਡਿਸ਼ਿਜ਼। ਤਾਂ ਪੋਚਿੰਗ ਦੇ ਵਿੱਚ ਕੀ ਹੁੰਦਾ ਆ, ਪੋਚਿੰਗ ਦੇ ਵਿੱਚ ਲਿਕੁਇਡ ਦਾ ਟੈਂਪਰੇਚਰ ਰੱਖਿਆ ਜਾਂਦਾ 70 ਤੋਂ ਲੈ ਕੇ 85 ਡਿਗਰੀ ਸੈਲਸੀਅਸ ਦੇ ਵਿੱਚ, ਠੀਕ ਹੈ।
ਜਦੋਂ ਪੈਨ ਦੇ ਵਿੱਚ ਪਾਇਆ ਜਾਂਦਾ ਨਾ, ਜਦੋਂ ਉਬਲਣਾ ਸ਼ੁਰੂ ਹੋ ਜਾਂਦਾ, ਬਬਲਿੰਗ ਹੌਟ ਮਤਲਬ ਕਿ ਬੱਬਲ ਆਉਣੇ ਸ਼ੁਰੂ ਹੋ ਜਾਂਦੇ, ਫਿਰ ਉਹਦਾ ਘੱਟ ਕਰ ਦਿੱਤਾ ਜਾਂਦਾ ਹੈ, ਉਹਨੂੰ ਹਲਕੀ ਗੈਸ ਕਰ ਦਿੱਤੀ ਜਾਂਦੀ ਹੈ। ਫਿਰ ਉਹ ਬੱਬਲਸ ਜਿਹੜੇ ਨੇ ਉਹ ਹੌਲੀ ਹੌਲੀ ਕਰਕੇ ਆਉਂਦੇ ਨੇ, ਪੂਰੀ ਤਰ੍ਹਾਂ ਉਬਾਲੇ ਨਹੀਂ ਮਾਰਦੇ, ਠੀਕ ਹੈ। ਅਤੇ ਉਹਨੂੰ ਕਹਿੰਦੇ ਆ ਪੋਚਿੰਗ ਮੈਥਡ, ਜਿਹਦੇ ਵਿੱਚ ਟੈਂਪਰੇਚਰ 70 ਤੋਂ 85 ਤੱਕ ਰੱਖਿਆ ਜਾਂਦਾ ਹੈ। ਇਹ ਯਾਦ ਰੱਖਣਾ ਕਿ ਪੋਚਡ ਐਗ ਅਤੇ ਪੋਚਡ ਫਿਸ਼ ਪੋਚਿੰਗ ਮੈਥਡ ਵਿੱਚ ਬਣਾਈ ਜਾਂਦੀ ਜ਼ਿਆਦਾਤਰ। ਸਿਮਰਿੰਗ ਹੁੰਦਾ ਕਿ 85 ਡਿਗਰੀ ਤੋਂ 95 ਡਿਗਰੀ ਦੇ ਟੈਂਪਰੇਚਰ ਦੇ ਵਿੱਚ ਲਿਕੁਇਡ ਦੇ ਵਿੱਚ, ਪਾਣੀ ਦੇ ਵਿੱਚ ਕਿਸੇ ਚੀਜ਼ ਨੂੰ ਕੁੱਕ ਕਰਨਾ। ਜਿਵੇਂ ਤੁਸੀਂ ਦੇਖ ਰਹੇ ਹੋ ਗੋਭੀ ਨੂੰ ਜਾਂ ਆਪਣੇ ਫਰੈਂਚ ਬੀਨਸ ਨੂੰ ਕੁੱਕ ਕਰ ਰਹੇ ਨਾ ਥੋੜ੍ਹੇ ਥੋੜ੍ਹੇ, 'ਤੇ ਇਹ ਜਿਹੜਾ ਹੈਗਾ ਸਿਮਰਿੰਗ ਦੇ ਵਿੱਚ ਯੂਜ਼ ਕੀਤਾ ਜਾਂਦਾ, ਠੀਕ ਹੈ। ਇਹਦੇ ਵਿੱਚ ਵੀ ਬੱਬਲਸ ਵਗੈਰਾ ਆਉਂਦੇ ਆ, ਠੀਕ ਹੈ, ਹੌਲੀ ਹੌਲੀ ਕਰਕੇ, ਅਤੇ ਉਹਨੂੰ ਸਲੋਅ ਕਰ ਦਿੱਤਾ ਜਾਂਦਾ ਹਲਕਾ, ਕਿ ਉਬਾਲੇ ਨਾ ਮਾਰੇ। ਪਾਣੀ ਉਬਾਲੇ ਮਾਰਦਾ 100 ਡਿਗਰੀ 'ਤੇ। ਇਹ ਕਹਿ ਰਹੇ ਆ ਕਿ ਪਾਣੀ ਗਰਮ ਆ ਬਟ ਉਬਾਲੇ ਨਹੀਂ ਮਾਰ ਰਿਹਾ, ਠੀਕ ਹੈ। ਥੋੜ੍ਹਾ ਥੋੜ੍ਹਾ ਪਾਣੀ ਜਿਹੜਾ ਬੱਬਲ ਸੜਦਾ ਇਹਦੇ ਵਿੱਚ, ਇਹ ਟੈਂਪਰੇਚਰ 'ਤੇ 95 ਤੱਕ। ਬੋਇਲਿੰਗ ਉਹੀ ਮੈਂ ਤੁਹਾਨੂੰ ਦੱਸ ਦਿੱਤਾ। ਐਗਸ ਵੀ ਬੋਇਲ ਕੀਤੇ ਜਾਂਦੇ, ਵੈਜੀਟੇਬਲ ਫਿਸ਼ ਬੋਇਲ ਕੀਤੀਆਂ ਜਾਂਦੀਆਂ ਨਾ 100 ਡਿਗਰੀ ਟੈਂਪਰੇਚਰ, ਉਹਨਾਂ ਨੇ ਦੱਸਤਾ ਨਾ, ਉਹ ਦੇਖੋ ਅਬਵ 100 ਡਿਗਰੀ ਸੈਲਸੀਅਸ, ਕਿ ਪਾਣੀ ਨੂੰ ਪੂਰਾ ਗਰਮ ਕਰਕੇ ਜਿਹੜਾ ਮੀਟ ਨੂੰ ਜਾਂ ਆਂਡਿਆਂ ਨੂੰ ਬਣਾਇਆ ਜਾਂਦਾ, ਹਾਈ ਟੈਂਪਰੇਚਰ 'ਤੇ ਪਕਾਉਣਾ, ਬੋਇਲਿੰਗ ਮੈਥਡ, ਠੀਕ ਹੈ। ਸਟੀਮਿੰਗ ਜਿਹੜਾ ਹੁੰਦਾ ਵਿੱਚ, ਉਹ ਵੀ ਹੀਟ ਦੀ ਲਿਕੁਇਡ ਲਾ ਕੇ ਪਾਣੀ ਨੂੰ ਕੀ ਕੀਤਾ ਜਾਂਦਾ ਹੈ, ਬੋਇਲਿੰਗ ਪੁਆਇੰਟ ਬਹੁਤ ਜ਼ਿਆਦਾ ਰੱਖਿਆ ਜਾਂਦਾ ਹੈ ਸਟੀਮ ਕਰਨਾ। ਤੁਸੀਂ ਦੇਖਿਆ ਹੋਵੇਗਾ ਕਿ ਸਟੀਮਿੰਗ ਜ਼ਿਆਦਾਤਰ ਕੀਤੀ ਜਾਂਦੀ ਹੈ, ਮੋਮੋਜ਼ ਵਗੈਰਾ ਨੂੰ ਸਟੀਮ ਦਿੱਤੀ ਜਾਂਦੀ ਹੈ ਨਾ, ਮੋਮੋਜ਼ ਵਗੈਰਾ ਨੂੰ ਉਬਾਲਿਆ ਜਾਂਦਾ, ਉਹ ਮਤਲਬ ਕਿ ਚਾਰੇ ਪਾਸੇ ਤੋਂ ਮੋਮੋਜ਼ ਉਬਾਲੇ ਜਾਂਦੇ, ਸਟੀਮਰ ਯੂਜ਼ ਕਰਦੇ ਹਨ। ਉਹ ਬਹੁਤ ਜ਼ਿਆਦਾ 212 ਡਿਗਰੀ ਫੈਰੀਹਾਈਟ ਹੁੰਦਾ ਹੈ, ਇਹ ਸੈਲਸੀਅਸ ਨਹੀਂ ਹੈਗਾ, ਫੈਰੀਹਾਈਟਸ ਆ, ਠੀਕ ਹੈ। ਫੈਰੀਹਾਈਟਸ ਟੈਂਪਰੇਚਰ ਦੇ ਉੱਤੇ ਇਹਨੂੰ ਕੀਤਾ ਜਾਂਦਾ ਹੈ, ਸਟੀਮ ਕੀਤਾ ਜਾਂਦਾ ਹੈ। ਇਹਦੇ ਵਿੱਚ ਯਾਦ ਰੱਖਣਾ ਸਟੀਮਿੰਗ ਮੈਥਡ ਲਿਕੁਇਡ ਪਾਣੀ ਯੂਜ਼ ਕੀਤਾ ਜਾਂਦਾ ਇਹਦੇ ਵਿੱਚ, ਠੀਕ ਹੈ। ਇਹ ਸੀ ਫੂਡ, ਵੈਜੀਟੇਬਲ ਅਤੇ ਹੋਰ ਡਿਲੀਸ਼ੀਅਸ ਫੂਡ ਬਣਾਉਣ ਦੇ ਲਈ ਇਹ ਯੂਜ਼ ਕੀਤਾ ਜਾਂਦਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਚੁੱਕਾ, ਮੋਮੋਜ਼। ਕੋਂਬੀਨੇਸ਼ਨ ਕੁਕਿੰਗ, ਠੀਕ ਹੈ ਜੀ। ਸੈਕਿੰਡ ਕੁਕਿੰਗ ਤੋਂ ਬਾਅਦ ਆ ਗਈ ਕੋਂਬੀਨੇਸ਼ਨ, ਜਿਹਦੇ ਵਿੱਚ ਯੂਜ਼ ਹੁੰਦਾ ਲਿਕੁਇਡ ਵੀ ਯੂਜ਼ ਹੁੰਦਾ, ਓਇਲ ਵੀ ਹੁੰਦਾ, ਅਤੇ ਡਰਾਈ ਹੀਟ ਵੀ ਯੂਜ਼ ਹੁੰਦੀ, ਮਤਲਬ ਉਹਨਾਂ ਦੋਵਾਂ ਦਾ ਕੋਂਬੀਨੇਸ਼ਨ। ਉਹ ਦੇਖੋ ਉਹਨਾਂ ਨੇ ਲਿਖਿਆ ਨਾ, ਇਟ ਇਨਵੋਲਵਸ ਬੋਥ ਯੂਜ਼ ਆਫ ਡਰਾਈ ਹੀਟ ਐਜ਼ ਵੈਲ ਐਜ਼ ਮੋਇਸਟ ਹੀਟ ਕੁਕਿੰਗ। Combination cooking is performed as slow cooking. It is an excellent way of cooking thick vegetable and tougher meat cuts, ਠੀਕ ਹੈ। ਇਹਦੇ ਵਿੱਚ ਡਰਾਈ ਹੀਟ, ਮੋਇਸਟ ਹੀਟ ਕੁਕਿੰਗ ਯੂਜ਼ ਹੁੰਦੀ ਹੈ, ਇਹ ਸਲੋ ਕੁਕਿੰਗ ਹੁੰਦੀ ਆ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਆ ਕਿ ਇਹਦੇ ਵਿੱਚ ਜ਼ਿਆਦਾਤਰ ਜਿਹੜੇ ਮੀਟ ਕਟਸ ਹੁੰਦੇ ਆ, ਵੱਡੇ ਵੱਡੇ ਜਿਹੜੇ ਟਫ ਹੁੰਦਾ ਜਿਨ੍ਹਾਂ ਨੂੰ ਕੁੱਕ ਕਰਨਾ, ਉਹਨਾਂ ਨੂੰ ਕੁੱਕ ਕੀਤਾ ਜਾਂਦਾ, ਜਾਂ ਥਿਕ ਵੈਜੀਟੇਬਲਸ ਨੂੰ ਇਹਦੇ ਵਿੱਚ ਬਣਾਇਆ ਜਾਂਦਾ। ਸੋ ਇਹਦੇ ਵਿੱਚ ਕੀ ਹੁੰਦਾ ਹੈ, ਦੋ ਤਰ੍ਹਾਂ ਦੇ ਮੈਥਡ ਯੂਜ਼ ਹੁੰਦੇ ਆ, ਬਰੇਜ਼ਿੰਗ ਆ ਗਿਆ, ਸਟੀਵਿੰਗ ਆ ਗਿਆ, ਦੋ ਮੈਥਡ ਆ। ਸਭ ਤੋਂ ਪਹਿਲਾਂ ਬਰੇਜ਼ਿੰਗ ਬਾਰੇ ਜਾਣਾਂਗੇ। ਆਹ ਦੇਖੋ ਬਰੇਜ਼ਿੰਗ ਮੈਥਡ ਵਿੱਚ ਕੀ ਹੁੰਦਾ ਆ, ਇਟ ਇਨਕਲੂਡਸ 2 ਸਟੈਪ ਕੁਕਿੰਗ ਵਿਦ ਲਾਈਟ ਫਰਾਈਂਗ ਆਫ ਫੂਡ ਐਂਡ ਦੈਨ ਇਮਰਜਿੰਗ ਇਟ ਇਨ ਲਿਕੁਇਡ ਟੂ ਮੇਕ ਸਟਿਊ। ਇਨ ਦੀ ਫਸਟ ਸਟੈਪ, ਸੁਣੋ, ਇਨ ਦੀ ਫਸਟ ਸਟੈਪ ਦੀ ਫੂਡ ਇਜ਼ ਫਰਾਈਡ ਵਿਦ ਐਡੀਕੁਏਟ ਓਇਲ। ਆਹ ਦੇਖੋ ਇਹਨਾਂ ਨੇ ਕੀ ਕੀਤਾ, ਭਿੰਡੀਆਂ ਨੂੰ ਸਭ ਤੋਂ ਪਹਿਲਾਂ ਫਰਾਈ ਕੀਤਾ, ਹਲਕੇ ਤੇਲ ਦੇ ਵਿੱਚ ਫਰਾਈ ਕਰਦੇ ਕਿ ਉਹ ਥੋੜ੍ਹੀਆਂ ਜਿਹੀਆਂ ਪੱਕ ਜਾਣ, ਠੀਕ ਹੈ। ਵਾਈਲ ਫਰਾਈਂਗ ਔਰ ਸੋਥਿੰਗ ਦੀ ਹੀਟ ਇਜ਼ ਟਰਾਂਸਫਰਡ ਟੂ ਫੂਡ ਵੀਆ ਪੈਨ, ਠੀਕ ਹੈ। ਕਹਿੰਦੇ ਵਾਈਲ ਫਰਾਈਂਗ ਔਰ ਸੋਥਿੰਗ ਦੀ ਹੀਟ ਇਜ਼ ਟਰਾਂਸਫਰਡ, ਕੀ ਹੁੰਦਾ ਕਿ ਪੈਨ ਦੇ ਥੱਲੋਂ ਹੀਟ ਪੈਂਦੀ ਹੈ ਨਾ, ਵਿੱਚ ਤੇਲ ਜਿਹੜਾ ਗਰਮ ਹੁੰਦਾ ਆ, ਪੈਨ ਨੂੰ ਹੀਟ ਪੈ ਕੇ, ਅਤੇ ਉਹ ਸੋਤੇ ਹੁੰਦਾ ਆ ਜਿਹੜਾ ਵਿੱਚ ਆਈਟਮ ਹੁੰਦੀ, ਜਿਵੇਂ ਭਿੰਡੀ ਆ। In the next step, a liquid is added to it and the food is cooked while the pan is covered with a lid. ਫਿਰ ਉਹਨਾਂ ਨੇ ਕੀ ਕੀਤਾ, ਦੇਖੋ ਉਹਨਾਂ ਨੇ ਜਿਹੜੇ ਟਮਾਟਰਾਂ ਵਾਲਾ ਜਿਹੜਾ ਉਹ ਸੀਗਾ ਲਿਕੁਇਡ, ਕਹਿ ਲਓ, ਟਮਾਟਰਾਂ ਨੂੰ ਵਿੱਚ ਫਿਰ ਦੂਜੀ ਵਾਰ ਪਾਤਾ, ਠੀਕ ਹੈ। ਫਿਰ ਉਹਨੂੰ ਉੱਪਰੋਂ ਦੀ ਕੁਕਡ ਵਾਈਲ ਦੀ ਪੈਨ ਇਜ਼ ਕਵਰ ਕਰਤਾ। ਦਿਸ ਵੇ ਦੀ ਸਟੀਮ ਇਜ਼ ਕੈਚ ਇਨ ਦੀ ਪੈਨ ਐਂਡ ਦੀ ਹੀਟ ਇਜ਼ ਟਰਾਂਸਫਰ ਟੂ ਦੀ ਫੂਡ ਬਾਏ ਕਨਵੈਕਸ਼ਨ। ਹਾਂ, ਕਨਵੈਕਸ਼ਨ ਮਤਲਬ ਕਿ ਹੀਟ ਜਿਹੜੀ ਆ ਅੰਦਰ, ਫਿਰ ਜਿਵੇਂ ਉਹਨੂੰ ਢੱਕਤਾ ਉੱਪਰੋਂ, ਹੈ ਨਾ, ਲਿਕੁਇਡ ਪਾ ਕੇ ਉਹ ਅੰਦਰ ਹੀਟ ਬਣਦੀ ਗਈ, ਸਟੀਮ ਬਣਦੀ ਗਈ, ਉਹ ਸਟੀਮ ਨਾਲ ਕੀ ਫੂਡ ਪੱਕਦਾ ਆ। ਮੀਟ ਕਿਊਰੀਜ਼ ਐਂਡ ਸਟਿਊਜ਼ ਆਰ ਬਰੇਸਡ। ਜ਼ਿਆਦਾਤਰ ਮੀਟ ਦੀ ਕੜੀਜ਼ ਜਿਹੜੀਆਂ ਹੁੰਦੀਆਂ ਜਾਂ ਸਟਿਊਜ਼ ਨੂੰ ਇਹਨਾਂ ਵਿੱਚ ਇੱਦਾਂ ਬਰੇਸ ਕੀਤਾ ਜਾਂਦਾ, ਮਤਲਬ ਕਿ ਇਹਦੇ ਵਿੱਚ ਦੇਖੋ ਤੇਲ ਦਾ ਯੂਜ਼ ਵੀ ਕੀਤਾ ਅਤੇ ਪਾਣੀ ਦਾ ਯੂਜ਼ ਵੀ ਕੀਤਾ, ਹੈ ਨਾ, ਅਤੇ ਉਸ ਤੋਂ ਬਾਅਦ ਸਟੀਮ ਵੀ ਯੂਜ਼ ਕੀਤੀ, ਕਿ ਹੌਲੀ ਹੌਲੀ ਕਰਕੇ ਸਟੀਮ ਲੱਗ ਗਈ। ਬਰੇਜ਼ਿੰਗ ਇਜ਼ ਯੂਜ਼ ਟੂ ਕੁੱਕ ਲਾਰਜਰ ਪੋਰਸ਼ਨ ਆਫ ਮੀਟ ਸੱਚ ਐਜ਼ ਬੀਫ,
ਪੋਕ ਐਂਡ ਗੇਮ। ਇਹ ਯਾਦ ਰੱਖਣਾ, ਮੀਟ ਕਿਹੜੇ ਕਿਹੜੇ ਆ, ਬੀਫ, ਪੋਕ ਐਂਡ ਗੇਮ। ਦੀ ਮੀਟ ਕੱਟ ਆਰ ਆਫਟਨ ਇਮਰਸਡ ਪਾਰਸ਼ਲੀ। ਠੀਕ ਹੈ, ਇਹਨੂੰ ਇਮਰਸਿੰਗ ਕਹਿੰਦੇ ਆ, ਫੂਡ ਇਮਰਸਿੰਗ ਲਿਕੁਇਡ ਦੇ ਵਿੱਚ ਕਿਸੇ ਚੀਜ਼ ਨੂੰ ਬਣਾਉਣਾ ਉਹਨੂੰ ਇਮਰਸਿੰਗ ਕਹਿੰਦੇ, ਇਮਰਸੀਫਾਈ ਵੀ ਕਹਿੰਦੇ ਇਹਨੂੰ। ਠੀਕ ਹੈ, ਦੋ ਚੀਜ਼ਾਂ ਦੇ ਵਿੱਚ ਇਮਰਸੀਫਾਈ ਕੀਤਾ ਜਾਂਦਾ, ਤੇਲ ਦੇ ਵਿੱਚ ਫਿਰ ਪਾਣੀ ਦੇ ਵਿੱਚ। ਸਟੀਵਿੰਗ ਅੱਗੇ ਆ ਗਿਆ ਨੈਕਸਟ ਮੈਥਡ, ਸਟੀਵਿੰਗ। ਸਟੀਵਿੰਗ ਕੀ ਹੁੰਦਾ ਹੈ, ਦਿਸ ਇਜ਼ ਆਲਸੋ ਵੈਰੀ similar to braising as far as the cooking step are concerned. Stewing uses small to medium uniform cuts of tender meat such as poultry or lamb or vegetable। ਸੁਣੋ, ਇਹ ਵੀ ਬ੍ਰੇਜ਼ਿੰਗ ਦਾ ਹੀ ਇੱਕ ਪਾਰਟ ਮੰਨਿਆ ਜਾਵੇ। ਠੀਕ ਹੈ, ਸਿਮਿਲਰ ਆ ਉਹਦੇ ਲੇਖਾ, ਕੁਕਿੰਗ ਸਟੈਪ ਇਹਦੇ ਹੁੰਦੇ ਆ। ਸਟੀਵਿੰਗ ਕੀ ਕੀਤਾ ਜਾਂਦਾ ਕਿ ਸਮਾਲ ਟੂ ਮੀਡੀਅਮ ਯੂਨੀਫਾਰਮ ਕੱਟਸ ਨੂੰ, ਟੈਂਡਰ ਮੀਟ ਨੂੰ, ਜਿਵੇਂ ਪੋਇਟਰੀ ਹੋ ਗਿਆ, ਲੈਂਬ, ਉਹਨਾਂ ਨੂੰ, ਵੈਜੀਟੇਬਲਸ ਨੂੰ ਕੱਟ ਕੀਤਾ ਜਾਂਦਾ। ਇਨ ਕੇਸ ਆਫ ਸਟੀਵਿੰਗ ਦੀ ਕੱਟਸ ਆਫ ਵੈਜੀਟੇਬਲ ਐਂਡ ਮੀਟਸ ਆਰ ਕੰਪਲੀਟਲੀ ਇਮਰਸਡ ਇਨ ਏ ਲਿਕੁਇਡ। ਪਾਤਾ ਨਾ ਸਾਰਿਆਂ ਨੂੰ, ਲਿਕੁਇਡ ਦੇ ਵਿੱਚ ਪਾਤਾ। ਠੀਕ ਹੈ, ਸਟੀਵਿੰਗ ਟੇਕਸ ਲਿਟਲ ਲੈਜ਼ਰ ਟਾਈਮ ਦੈਨ ਬ੍ਰੇਜ਼ਿੰਗ। ਸਟੀਊ ਕਰਨਾ ਬੱਚੇ, ਸਟੀਊ ਹੁੰਦਾ ਆ ਕਿ ਉਹਨੂੰ ਹਲਕੇ ਹਲਕੇ ਪਾਣੀ ਦੇ ਵਿੱਚ ਉਹਨਾਂ ਨੂੰ ਜਿਹੜਾ ਇਮਰਸ ਕੀਤਾ ਜਾਂਦਾ, ਹਲਕਾ ਜਿਹਾ ਤੇਲ ਵੀ ਇਹਦੇ ਵਿੱਚ ਪਾਇਆ ਜਾਂਦਾ ਸਟੀਊ ਕਰਨ ਲੱਗੇ, ਫਿਰ ਉਹਨਾਂ ਨੂੰ ਇਮਰਸ ਕੀਤਾ ਜਾਂਦਾ, ਵਿੱਚ ਛੱਡ ਦਿੱਤਾ ਜਾਂਦਾ ਅਤੇ ਉਹ ਹੌਲੀ ਹੌਲੀ ਕਰਕੇ ਪੱਕਦੇ ਆ। ਇਹ ਵੀ ਜਿੱਦਾਂ ਬ੍ਰੇਜ਼ਿੰਗ ਆ ਨਾ, ਸੇਮ ਬ੍ਰੇਜ਼ਿੰਗ ਦਾ ਮੈਥਡ ਆ, ਸੇਮ ਬ੍ਰੇਜ਼ਿੰਗ, ਬਸ ਸਟੀਊ ਦੇ ਵਿੱਚ ਵੀ ਤੇਲ ਪਾਇਆ ਜਾਂਦਾ ਆ। ਠੀਕ ਹੈ, ਉਹਦੇ ਵਿੱਚ ਉਹਨਾਂ ਨੂੰ ਬਣਾਉਣ ਦੇ ਲਈ। ਇਹ ਯਾਦ ਰੱਖਣਾ। ਇਹ ਸੀਗਾ ਤੁਹਾਡਾ ਮੈਥਡ ਆਫ ਕੁਕਿੰਗ।